ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਹਾਂ ਨਵਜੀਤ ਤੇ ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ। ਹਰ ਰੋਜ਼ ਜਿਹੜਾ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਮੇਰੇ ਨਾਲ ਨੇ। ਜਿਹੜੀਆਂ ਖਬਰਾਂ ਤੇ ਅੱਜ ਚਰਚਾ ਕਰਾਂਗੇ ਉਹਨਾਂ ਵਿੱਚ ਕਾਂਗਰਸ ਦੇ ਇੱਕ ਸਾਬਕਾ ਮੰਤਰੀ ਦੀ ਗੱਲ ਕਰਾਂਗੇ, ਕਿਉਂਕਿ ਘਪਲੇ ਦੇ ਵਿੱਚ ਇੱਕ ਹੋਰ ਫਸਦੇ ਜਾ ਰਹੇ ਨੇ। ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਐਲਾਨ ਕੀਤਾ। ਹੋਰ ਵੀ ਬਹੁਤ ਸਾਰੀਆਂ ਖਬਰਾਂ, ਪਰ ਸਭ ਤੋਂ ਪਹਿਲਾਂ ਪੰਨੂ ਸਾਹਿਬ ਦਾ ਸਵਾਗਤ। ਪੰਨੂ ਸਾਹਿਬ ਸਵਾਗਤ ਜੀ, ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਨਵਜੀਤ ਜੀ, ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ, ਕਾਂਗਰਸ ਦੇ ਕਈ ਸਾਬਕਾ ਮੰਤਰੀ ਘਿਰਦੇ ਜਾ ਰਹੇ ਨੇ। ਹੁਣ ਵਿਜੇ ਇੰਦਰ ਸਿੰਗਲਾ ਹੋਰਾਂ ਦਾ ਨਾਮ ਆ ਗਿਆ। ਕਹਿੰਦੇ PWD ਵਿੱਚ ਇਹਨਾਂ ਨੇ ਵੀ ਇੱਕ ਘਪਲਾ ਕੀਤਾ ਹੈ, 4 ਪਹਿਲਾਂ ਤੇ 1 ਨਵੇਂ। ਆਉਣ ਵਾਲੇ ਸਮੇਂ 'ਚ ਪਤਾ ਨਹੀਂ ਕੌਣ ਕੌਣ। ਕਿਵੇਂ ਦੇਖਦੇ ਆ? ਦੇਖੋ, ਗੱਲ ਤੁਰੀ ਸੀ ਸਾਧੂ ਸਿੰਘ ਧਰਮਸੋਤ ਤੋਂ ਜੀ। ਆਉਣੀ ਸੀ ਚਰਨਜੀਤ ਸਿੰਘ ਚੰਨੀ ਤੱਕ ਤੇ ਉਹ ਬਾਹਰ ਚਲਾ ਗਿਆ ਜੀ। ਜਿਹੜਾ ਬੰਦਾ ਇੱਥੇ ਨਹੀਂ, ਉਹਦੀ ਚਰਚਾ ਕਰਨ ਦਾ ਫਾਇਦਾ ਕੋਈ ਨਹੀਂ। ਸਰਕਾਰ ਨੇ ਵੀ ਉਹਨੂੰ ਅੱਖੋਂ ਪਰੋਖਾ ਕਰਤਾ ਕਿ ਜਦ ਤੱਕ ਉਹ ਵਾਪਸ ਨਹੀਂ ਆਉਂਦਾ ਉਹਦੀ ਕੋਈ ਫਾਈਲ ਨਾ ਛੇੜੋ। ਬਿਕਰਮ ਸਿੰਘ ਮਜੀਠੀਆ ਜ਼ਰੂਰ ਛੇੜਦਾ, ਛੱਲਾ ਮੁੜ ਕੇ ਨਾ ਆਇਆ। ਜੀ। ਇਹਨਾਂ ਦੋਵਾਂ ਦਾ ਖਾਸ ਪਿਆਰ ਆ, ਪਹਿਲਾਂ ਦੋਸਤੀ ਵੀ ਹੁੰਦੀ ਸੀ, ਫਿਰ ਵਿਧਾਨ ਸਭਾ 'ਚ ਲੜੇ ਵੀ ਬਹੁਤ ਸੀ। ਉਹਨੂੰ ਛੱਡ ਦਿੱਤਾ ਜਾਵੇ। ਫਿਰ ਸਾਧੂ ਸਿੰਘ ਧਰਮਸੋਤ ਤੋਂ ਬਾਅਦ ਵਾਰੀ ਆਈ ਸੀ ਸੰਗਤ ਸਿੰਘ ਗਿਲਜੀਆਂ ਦੀ। ਗਿਲਜੀਆਂ ਵਾਲਾ ਮਾਮਲਾ ਬਹੁਤ ਗੰਭੀਰ ਹੈ ਜੀ, ਪਰ ਚਲੋ ਅਜੇ ਉਹ ਨੈਟ ਤੋਂ ਬਾਹਰ। ਇਹਦੇ ਤੋਂ ਬਾਅਦ ਭਾਰਤ ਭੂਸ਼ਣ ਆਸ਼ੂ ਫਸ ਗਿਆ। ਭਾਰਤ ਭੂਸ਼ਣ ਆਸ਼ੂ ਦਾ ਮਸਲਾ ਜਿਹੜਾ ਉਹ ਇਹਦੇ ਤੋਂ ਸਾਧੂ ਸਿੰਘ ਧਰਮਸੋਤ, ਸੰਗਤ ਸਿੰਘ ਗਿਲਜੀਆਂ, ਉਹਨਾਂ ਦੋਵਾਂ ਤੋਂ ਵੀ ਵੱਧ ਗੰਭੀਰ ਬਣਦਾ ਜਾਂਦਾ ਜੀ। ਹੁਣ ਕੱਲ੍ਹ ਜਿਹੜੀਆਂ ਨਵੀਆਂ ਗੱਲਾਂ ਆਈਆਂ ਨੇ ਉਹ ਇਹ ਦੱਸਦੀਆਂ ਨੇ ਕਿ ਕਿਉਂਕਿ ਟੈਂਡਰ ਆਪਣੇ ਬੰਦਿਆਂ ਦੇ ਸੀ, ਠੇਕੇ ਆਪਣੇ ਬੰਦਿਆਂ ਦੇ ਸੀ, ਇਸ ਕਰਕੇ ਮੰਡੀਆਂ ਅਲਾਟ ਕਰਨ ਲੱਗਿਆ ਇਸ ਢੰਗ ਨਾਲ ਕੀਤੀਆਂ ਕਿ ਢੁਆਈ ਦੇ ਪੈਸੇ ਵੱਧ ਤੋਂ ਵੱਧ ਬਣ ਜਾਣ। ਮਿਸਾਲ ਦੇ ਤੌਰ ਤੇ ਜਿਹੜੇ ਨਕੋਦਰ ਦੇ ਵਿੱਚੋਂ ਕਣਕ ਖਰੀਦੀ ਉਹ ਉਸ ਏਜੰਸੀ ਨੂੰ ਅਲਾਟ ਕੀਤੀ ਜਿਹਦੇ ਗੋਦਾਮ ਕਰਤਾਰਪੁਰ ਹੈ। ਜਿਹੜੀ ਕਰਤਾਰਪੁਰ 'ਚੋਂ ਕਣਕ ਖਰੀਦੀ ਉਹ ਉਸ ਏਜੰਸੀ ਨੂੰ ਅਲਾਟ ਕੀਤੀ ਜਿਹਦੇ ਫਲੌਰ ਹੈ ਜੀ। ਤੇ ਫਲੌਰ ਤੋਂ ਜਿਹੜੀ ਖਰੀਦੀ ਉਹ ਉਹਨੂੰ ਅਲਾਟ ਕੀਤੀ ਜਿਹਦੇ ਜਾ ਕੇ ਲੋਹੀਆਂ 'ਚ ਨੇ। ਇਸ ਢੰਗ ਨਾਲ ਹੁਣ ਫਰਜ਼ ਕਰੋ ਜੇ ਨਕੋਦਰ ਵਾਲੇ ਖਰੀਦ ਕੇ ਨਕੋਦਰ ਵਾਲੇ ਗੋਦਾਮਾਂ 'ਚ ਲਾਓ ਤੇ ਵੱਧ ਤੋਂ ਵੱਧ 10 ਨਹੀਂ 15 ਕਿਲੋਮੀਟਰ ਦਾ ਪੈਂਡਾ ਟਰੱਕਾਂ ਦੀ ਢੁਆਈ ਦੇ ਇੰਨੇ ਪੈਸੇ ਬਣਨਗੇ। ਹੁਣ ਟਰੱਕਾਂ ਦੀ ਢੁਆਈ 'ਚੋਂ ਜਿੰਨੇ ਪੈਸੇ ਦਾ ਰੇਟ ਰੱਖਿਆ ਹੋਵੇ, ਟਰੱਕ ਮਾਲਕ ਜਾਂ ਟਰੱਕ ਡਰਾਈਵਰ ਨੂੰ ਤਾਂ ਉਹਦੇ ਵਿੱਚੋਂ ਅੱਧੇ ਤੋਂ ਵੀ ਘੱਟ ਜਾਂਦੇ ਆ, ਬਾਕੀ ਤੇ ਠੇਕੇਦਾਰ ਦੀ ਜੇਬ 'ਚ ਹੀ ਪੈਂਦੇ ਆ। ਤੇ ਜੇ ਉੱਥੇ 20 ਕਿਲੋਮੀਟਰ ਦਾ ਕਿਰਾਇਆ ਹੋਰ ਬਣਨਾ, ਉਹਦੇ ਬਜਾਏ ਕਰਤਾਰਪੁਰ ਰਖਵਾ ਦਿਓ 40 ਕਿਲੋਮੀਟਰ ਦੂਰ, ਤੇ ਉਹਦਾ ਕਿਰਾਇਆ ਤੇ ਆਪਣੇ ਆਪ ਹੀ ਵੱਧ ਜਾਣਾ। ਸੜਕਾਂ ਦੇ ਉੱਤੇ ਵੀ ਟ੍ਰੈਫਿਕ ਸਾਰਾ ਦਿਨ ਟਰੱਕ ਚੱਲਦੇ ਰਹਿਣਗੇ, ਢੋਆ ਢੁਆਈ ਦਾ ਖਰਚਾ ਵੀ ਵੱਧ ਜੂ। ਕੱਲ੍ਹ ਦਾ ਨਵਾਂ ਸਕੈਂਡਲ ਆ ਗਿਆ, ਜੇ ਪੜਤਾਲ ਕਰਨਾ ਵਿਜੀਲੈਂਸ ਨੇ ਇਹਦੀ ਵੀ ਸ਼ੁਰੂ ਕਰ ਦਿੱਤੀ ਵੀ ਪੰਜਾਬ ਦੀਆਂ ਸਾਰੀਆਂ ਮੰਡੀਆਂ ਦੇ ਵਿੱਚ ਜਿਹੜੀ ਏਜੰਸੀ ਦਾ ਜਿੱਥੇ ਗੋਦਾਮ ਉੱਥੋਂ ਦਾ ਕੰਮ ਉਹਨੂੰ ਅਲਾਟ ਨਹੀਂ ਕੀਤਾ, ਦੂਰ ਦਾ ਕੀਤਾ ਗਿਆ ਜਾਣਬੁੱਝ ਕੇ, ਤਾਂ ਕਿ ਟਰੱਕਾਂ ਦੇ ਟੈਂਡਰ ਚੱਲਦੇ ਰਹਿਣ ਜੀ। ਉਹ ਵੀ ਚੱਲ ਪਣਾ। ਹੁਣ ਆ ਗਿਆ ਮਾਮਲਾ ਵਿਜੇ ਇੰਦਰ ਸਿੰਗਲਾ ਦਾ। ਵਿਜੇ ਇੰਦਰ ਸਿੰਗਲਾ ਦੇ ਕੋਲ ਐਜੂਕੇਸ਼ਨ ਤੋਂ ਪਹਿਲਾਂ ਮਹਿਕਮਾ ਹੁੰਦਾ ਸੀ PWD ਦਾ। ਉਦੋਂ ਇਹਨੇ ਟੈਂਡਰ ਕੱਢੇ, ਅਜੇ ਤੇ ਕਹਿੰਦੇ 5 ਕਰੋੜ ਦੇ ਆ। ਉਹਨਾਂ 5 ਕਰੋੜ ਦੇ ਟੈਂਡਰਾਂ 'ਚ ਬਹੁਤ ਕੁਛ ਹੈ, ਪਰ ਗੱਲ ਇਹਦੇ ਤੋਂ ਬਾਅਦ ਕਈ ਕਿਸਮ ਦੇ ਘੁਟਾਲਿਆਂ ਦੀ ਨਿਕਲ ਆਉਣੀ ਆ। ਚਰਚਾ ਜਿੱਦਾਂ ਦੀ ਚੱਲਦੀ ਪਈ ਹੈ ਉਹ ਇੱਕ ਐਜੂਕੇਸ਼ਨ ਡਿਪਾਰਟਮੈਂਟ ਵਿੱਚ ਵੀ ਬਹੁਤ ਕੁਛ ਹੋਇਆ ਜੀ। ਕਈ ਲੋਕ ਇਹੋ ਜਿਹੇ ਆ ਜਿਨ੍ਹਾਂ ਨੂੰ ਬਣਦੀਆਂ ਨਹੀਂ ਸੀ, ਪਰ ਬਿਨਾਂ ਬਣਨ ਤੋਂ ਗਲਤ ਪ੍ਰਵਾਨਗੀਆਂ ਕਾਲਜਾਂ ਨੂੰ, ਸਕੂਲਾਂ ਨੂੰ ਪਿਛਲੀਆਂ ਸਰਕਾਰਾਂ ਦੇ ਵਕਤ ਦਿੱਤੀਆਂ ਜਾਂਦੀਆਂ ਰਹੀਆਂ। ਉਹਨਾਂ 'ਚੋਂ ਵਿਜੇ ਇੰਦਰ ਸਿੰਗਲਾ ਕੋਲ ਕਿਹੜਾ ਅਧਿਕਾਰ ਸੀ, ਕਿਹੜਾ ਨਹੀਂ, ਮੈਨੂੰ ਨਹੀਂ ਪਤਾ। ਪਰ ਮੈਂ ਇਹ ਕਹਿੰਦਾ ਕਿ ਪਿਛਲੀ ਸਰਕਾਰ ਦੇ ਵੇਲੇ ਦਾ ਕੋਈ ਵੀ ਮੁੱਦਾ ਕੱਢ ਲਓ, ਹੋਰਨਾਂ ਨੂੰ ਛੱਡੋ, ਖੇਤੀਬਾੜੀ ਦਾ ਮਹਿਕਮਾ ਕੱਢ ਲਓ ਜਿਹੜਾ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਕੋਲ ਵੀ ਰਿਹਾ ਸੀ ਜੀ। ਇਹਨਾਂ 'ਚ ਕੋਈ ਮੁੱਦਾ ਤੁਸੀਂ ਕੱਢ ਲਓ, ਜਿਹੜਾ ਵੀ ਮੰਤਰੀ ਸੀ, ਬਸ ਤੁਸੀਂ ਇਹ ਹਾਲਤ ਸੀ ਕਿ ਇਹਨਾਂ 'ਚੋਂ ਕੋਈ ਵੀ ਇਹੋ ਜਿਹਾ ਨਹੀਂ ਸੀ ਜਿਹਨੂੰ ਅਸੀਂ ਵੈਸ਼ਨੂੰ ਸਮਝਦੇ ਹੋਈਏ। ਸਾਰੇ ਦੇ ਸਾਰੇ ਜਿੱਥੋਂ ਕੁਝ ਮਿਲਿਆ ਨਾ ਚੱਬੀ ਜਾਂਦੇ ਸੀ। ਕਰੋੜਾਂ ਦੇ ਘਪਲੇ ਉਸ ਵਕਤ ਦੱਬੇ ਰਹੇ।
ਇਸ ਕਰਕੇ ਕਿ ਇਹਨਾਂ 'ਚੋਂ ਹਰ ਕੋਈ ਦੂਸਰੇ ਦਾ ਪਰਦਾ ਇਸ ਕਰਕੇ ਢੱਕਦਾ ਸੀ ਕਿ ਉਹਦਾ ਆਪਣਾ ਨਾ ਲੋਕਾਂ ਸਾਹਮਣੇ ਭੇਦ ਖੁੱਲ੍ਹ ਜੇ। ਜਦੋਂ ਅੱਡ ਹੋਣ ਲੱਗੇ ਤੇ ਫਿਰ ਆਪਣੇ ਆਪ ਨੂੰ ਬਚਾਉਣ ਵਾਸਤੇ ਦੂਜੇ ਵੱਲ ਉਂਗਲ ਕਰਨ ਲੱਗ ਪਏ, ਉਹਦੇ ਵੱਲ ਨਹੀਂ ਜਾਂਦੇ, ਮੇਰੇ ਵੱਲ ਕਿਉਂ ਆ ਗਏ ਜੀ। ਹੁਣ ਇਹ ਬਾਹਰੋਂ ਕੋਈ ਨਹੀਂ ਦੱਸ ਰਿਹਾ, ਇਹਨਾਂ ਦੇ ਅੰਦਰਲੇ ਭੇਦ ਇਹਨਾਂ ਦੇ ਆਪਣੇ ਬੰਦੇ ਇੱਕ ਦੂਸਰੇ ਬਾਰੇ ਦੱਸ ਰਹੇ ਆ ਤੇ ਸਾਰਾ ਕੁਝ ਸਾਹਮਣੇ ਆਈ ਜਾਂਦਾ ਜੀ। ਪਰ ਸਾਹਿਬ ਇੱਕ ਗੱਲ ਹੋਰ ਸਾਹਮਣੇ ਆ ਗਈ ਹੈ, ਅਮਰਜੀਤ ਸਿੰਘ ਸੰਦੋਆ ਦੀ ਇੱਕ ਗੱਡੀ ਫੜੀ ਗਈ ਹੈ, ਇਹ ਕੀ ਮਾਮਲਾ ਜੀ ਪੂਰਾ? ਉਹੀ ਜਿਹੜੀ ਘਪਲਿਆਂ ਦੇ ਪੈਸੇ ਨਾਲ ਲਈ ਸੀਗੀ? ਉਹੀ ਗੱਡੀ ਹੈ, ਉਹ ਤਾਂ ਅਸੀਂ 2-3 ਵਾਰੀ ਉਹਦੀ ਗੱਲ ਕਰ ਚੁੱਕੇ ਹਾਂ। ਅਮਰਜੀਤ ਸਿੰਘ ਸੰਦੋਆ ਕਹਿੰਦਾ ਜੀ ਮੇਰੇ ਰਾਜਸੀ ਵਿਰੋਧੀਆਂ ਦੀ ਚਾਲ ਹੈ, ਮੇਰੀ ਬਦਨਾਮੀ ਕਰਦੇ ਆ। ਹੁਣ ਮਾਮਲਾ ਤੇ ਉਹੋ ਹੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ, ਧਾਰਮਿਕ ਅਦਾਰਿਆਂ 'ਚ ਇੱਦਾਂ ਦੇ ਬੰਦੇ ਵੀ ਚੁਣੇ ਜਾਂਦੇ ਆ ਜਿਹੜੇ ਠੱਗੀਆਂ ਠੋਰੀਆਂ ਕਰਦੇ ਆ। ਐਵੇਂ ਥੋੜ੍ਹਾ ਮੁੜ ਕੇ ਇੱਧਰਲੇ ਪਾਸੇ ਨੂੰ ਜਾਂਦੇ। ਔਰ ਉਹਨੇ ਜਿੱਡੀ ਵੱਡੀ ਠੱਗੀ ਕੀਤੀ ਹੈ ਕਿ 90,000 ਨੂੰ ਜ਼ਮੀਨ ਖਰੀਦ ਕੇ ਤੇ 9,90,000 ਨੂੰ ਉਹ ਜ਼ਮੀਨ ਪੰਜਾਬ ਸਰਕਾਰ ਦੇ ਜੰਗਲਾਤ ਵਿਭਾਗ ਨੂੰ ਵੇਚੀ ਆ 11 ਗੁਣੇ ਮੁੱਲ ਦੇ ਉੱਤੇ ਜੀ। ਉਹਦੇ 'ਚੋਂ ਮੋਟੀ ਕਮਾਈ ਉਹਨੇ ਕੀਤੀ ਹੈ ਔਰ ਕਮਾਈ ਕਰੋੜਾਂ ਦੀ ਹੈ। ਉਸ ਕਰੋੜਾਂ ਦੀ ਕਮਾਈ ਦਾ ਕਿਸੇ ਪਾਸਿਓਂ ਭੇਦ ਖੁੱਲ੍ਹਦਾ ਜਾਪਦਾ ਉਹ, ਇਸ ਕਰਕੇ ਉਹਨੇ ਕਈਆਂ ਦੇ ਹਲ 'ਤੇ ਮੰਡਾ ਪਾਇਆ, ਕਈਆਂ ਨੂੰ ਵਿੱਚ ਥੋੜ੍ਹਾ ਹਿੱਸਾ ਦਿੱਤਾ ਕਿ ਤੂੰ ਵੀ ਆ ਜਾ, ਤੂੰ ਵੀ ਆ ਜਾ, ਤੂੰ ਵੀ ਆ ਜਾ। ਜਿੰਨਿਆਂ ਨੂੰ ਵੀ ਹਿੱਸਾ ਪੱਤੀ ਦਿੱਤਾ ਗਿਆ ਉਹ ਸਾਰੇ ਕਿਸੇ ਨਾ ਕਿਸੇ ਰੂਪ ਵਿੱਚ ਹੁਣ ਫਸਣੇ ਆ। ਉਹਨਾਂ 'ਚੋਂ ਅਮਰਜੀਤ ਸਿੰਘ ਸੰਦੋਆ ਸਾਫਟ ਕੜੀ ਸੀ, ਕਮਜ਼ੋਰ ਕੜੀ ਸੀ, ਉਹ ਪਹਿਲਾਂ ਫਸ ਗਿਆ। ਫਸ ਇਸ ਕਰਕੇ ਗਿਆ ਕਿ ਉਹਨੇ ਬਹੁਤ ਲੁਕਾਇਆ, ਫਿਰ ਵੀ ਉਹਦੀ ਗੱਡੀ ਦਾ ਕੇਸ ਬਾਹਰ ਨਿਕਲ ਆਇਆ। ਗੱਡੀ ਉਹਨੇ ਸਿੱਧੇ ਪੈਸੇ ਉਹਨਾਂ ਤੋਂ ਲਏ ਨਹੀਂ, ਪਰ ਤਮਾਸ਼ਾ ਇਹ ਕੀਤਾ ਕਿ ਉੱਥੋਂ ਸ਼੍ਰੋਮਣੀ ਕਮੇਟੀ ਮੈਂਬਰ ਤੋਂ ਉਹ ਪੈਸੇ ਜਲੰਧਰ ਦੀ ਇੱਕ ਬੀਬੀ ਨੂੰ ਟ੍ਰਾਂਸਫਰ ਕਰਾਏ। ਬੀਬੀ ਨੇ ਅੱਗੋਂ ਆਪਣੇ ਪਤੀ ਦੇ ਖਾਤੇ 'ਚ ਟ੍ਰਾਂਸਫਰ ਕੀਤੇ, ਪਤੀ ਨੇ ਕਾਰ ਡੀਲਰ ਨੂੰ ਟ੍ਰਾਂਸਫਰ ਕੀਤੇ, ਪਰ ਉਹਦੇ ਬਦਲੇ 'ਚ ਉਹਨੇ ਲਿਆ ਕੁਛ ਨਹੀਂ। ਪੈਸੇ ਟ੍ਰਾਂਸਫਰ ਕਰਕੇ ਆਖਿਆ ਜੀ ਇੰਨੇ ਪੈਸੇ ਜਿਹੜੇ ਮੈਂ ਭੇਜ ਰਿਹਾ ਇਹਦੇ 'ਚੋਂ ਇੱਕ ਗੱਡੀ ਫਲਾਣੇ ਬੰਦੇ ਦੇ ਨਾਂ ਦੇ ਉੱਤੇ ਵੇਚ ਦਿਓ। ਉਹ ਬੰਦਾ ਵੀ ਜਲੰਧਰ ਦਾ, ਉਹਨੂੰ ਇੱਕ ਧੇਲਾ ਵੀ ਦਿੱਤੇ ਬਗੈਰ ਗੱਡੀ ਇਸ ਕਰਕੇ ਮਿਲ ਗਈ ਕਿ ਉਹਦੇ ਗੱਡੀ ਦੇ ਪੈਸੇ ਜਿਹੜਾ ਲੈਂਡ ਮਾਫੀਆ ਸੀ ਤੇ ਜਿਨ੍ਹਾਂ ਦੀ ਅਗਵਾਈ ਸ਼੍ਰੋਮਣੀ ਕਮੇਟੀ ਦਾ ਮੈਂਬਰ ਕਰਦਾ ਸੀ, ਉਹਨਾਂ ਨੇ ਪੈਸੇ ਉਹਦੇ ਤਾਰ ਦਿੱਤੇ, ਗੱਡੀ ਆ ਗਈ। ਉਹ ਗੱਡੀ ਫਿਰ ਉਹਨਾਂ ਸਹੁਰਿਆਂ ਨੇ ਆਪ ਕਿਉਂ ਨਾ ਜਲੰਧਰ ਰੱਖੀ, ਉਹਨਾਂ ਅਮਰਜੀਤ ਸਿੰਘ ਸੰਦੋਏ ਨੂੰ ਕਿਉਂ ਦੇ ਦਿੱਤੀ? ਕਿਉਂਕਿ ਉਹਨਾਂ ਨੂੰ ਵੀ ਪਤਾ ਸੀ ਤੇ ਅਮਰਜੀਤ ਸਿੰਘ ਸੰਦੋਏ ਨੂੰ ਵੀ ਪਤਾ ਸੀ ਕਿ ਗੱਡੀ ਅਸਲ 'ਚ ਮੇਰੀ ਹੈ ਤੇ ਸੌਦੇਬਾਜ਼ੀ ਕਰਕੇ ਉਹਨਾਂ ਤੋਂ ਲਈ ਜਾਪਦੀ ਸੀ। ਇਹ ਹੁਣ ਉੱਥੇ ਰੋਜ਼ ਜਦੋਂ ਚੱਲਦੀ ਸੀ ਤੇ ਸਿਆਸੀ ਬੰਦਿਆਂ ਦੇ 100 ਵਿਰੋਧ ਹੁੰਦੇ ਆ, ਕਿਸੇ ਨੇ ਸ਼ਿਕਾਇਤ ਕਰ ਦਿੱਤੀ ਜੀ। ਸ਼ਿਕਾਇਤ 'ਚ ਪੁਣਛਾਣ 'ਚ ਸਾਰੀ ਕਹਾਣੀ ਖੁੱਲ੍ਹ ਗਈ। ਮੁੜ ਕੇ ਇਹਨੇ ਆਪਣੀ ਵੱਲੋਂ ਗੱਡੀ ਲੁਕਾਤੀ, ਲੁਧਿਆਣੇ ਭੇਜਤੀ। ਕੱਲ੍ਹ ਵਿਜੀਲੈਂਸ ਵਾਲਿਆਂ ਨੇ ਲੁਧਿਆਣੇ ਤੋਂ ਟਰੇਸ ਕਰਕੇ ਨਾਕਿਆਂ ਤੋਂ ਪਤਾ ਕਰਾਇਆ, CCTV ਤੋਂ ਵੀ ਕਿੱਥੇ ਕਿੱਥੇ ਘੁੰਮਦੀ ਹੈ ਤੇ ਫਿਰ ਜਾ ਕੇ ਉਹਨਾਂ ਨੇ ਫੜ ਲਈ। ਹੁਣ ਫੜ ਕੇ ਲਿਜਾ ਕੇ ਲੁਧਿਆਣੇ ਤੋਂ ਰੋਪੜ ਜ਼ਿਲ੍ਹੇ 'ਚ ਨੂਰਪੁਰ ਬੇਦੀ ਦੇ ਥਾਣੇ 'ਚ ਬੰਦ ਕਰਤੀ ਹੈ। ਥਾਣੇ ਦੇ SHO ਨੂੰ ਪੁੱਛਿਆ ਗਿਆ ਜੀ ਇਹ ਗੱਡੀ ਇੱਥੇ ਕਿੱਦਾਂ ਖੜੀ ਹੈ? ਕਹਿੰਦਾ ਸਾਨੂੰ ਇਹਦਾ ਕੋਈ ਪਤਾ ਨਹੀਂ, ਵਿਜੀਲੈਂਸ ਵਾਲਿਆਂ ਨੇ ਲਿਆਂਦੀ ਹੈ। ਸਾਡੇ ਕੋਲ ਤਾਂ ਇਹ ਕੇਸ ਪ੍ਰਾਪਰਟੀ ਹੈ। ਕੇਸ ਪ੍ਰਾਪਰਟੀ ਸਾਡੇ ਇੱਥੇ ਪੰਜਾਬੀ 'ਚ ਜਾਂ ਉਰਦੂ ਦਾ ਲਫ਼ਜ਼ ਇੱਕ ਮਾਲ ਮੁਕੱਦਮਾ ਜੀ, ਕਿ ਇਹ ਮੁਕੱਦਮੇ ਦਾ ਮਾਲ ਹੈ ਜਿਹੜਾ ਕੱਲ੍ਹ ਨੂੰ ਅਦਾਲਤ ਪੇਸ਼ ਕਰਨਾ ਪੈਣਾ। ਤੇ ਮੁਕੱਦਮਾ ਕਿਹਦਾ? ਵਿਜੀਲੈਂਸ ਦਾ। ਅੱਗੋਂ ਵਿਜੀਲੈਂਸ ਜਾਣੇ ਤੇ ਅਮਰਜੀਤ ਸਿੰਘ ਸੰਦੋਆ ਜਾਣੇ ਜੀ। ਬਸ ਉਹ ਕਹਿੰਦੇ ਨਾ ਜਦੋਂ ਨਿਆਣੇ ਨੂੰ ਕੋਈ ਚੀਜ਼ ਨਹੀਂ ਲੱਭਦੀ ਤੇ ਘਰ ਦੇ ਕਹਿੰਦੇ ਕੋਕੋ ਲੈ ਗਏ, ਹੁਣ ਇੱਥੇ ਘਰੇ ਕੋਕੋ ਛੱਡ ਕੇ ਹੋਣੀ, ਕੀ ਪਤਾ ਕੋਈ ਇਦਾਂ ਦਾ ਰੌਲਾ ਹੀ ਹੋਵੇ। ਇਹ ਕੋਕੋ ਸ਼ੋਕੋ ਤੇ ਛੋਟੀ ਉਮਰ ਦੀਆਂ ਗੱਲਾਂ, ਇੱਥੇ ਵੱਡੀ ਜਦੋਂ ਬੱਚਿਆਂ ਦੇ ਨਾਂ ਟੁੰਨੂ ਮੁੰਨੂ ਚੁੰਨੂ ਹੁੰਦੇ। ਹੁਣ ਤਾਂ ਖੈਰ ਪਾਰਲੀਮੈਂਟ ਮੈਂਬਰਾਂ ਤੱਕ ਜਾ ਕੇ ਜੀ ਬਿੱਟੂ ਟੀਟੂ ਨਾਂ ਰੱਖਣ ਲੱਗ ਪਏ ਨੇ। ਉਹ ਨਾਂ ਸਾਰੀ ਉਮਰ ਹੀ ਚੱਲੀ ਜਾਂਦੇ ਆ। ਬਿਲਕੁਲ। ਪਰ ਇਹ ਬਚਪਨ ਵਾਲੀਆਂ ਗੱਲਾਂ ਜਿਹੜੀਆਂ ਸੀ ਉਹ ਖੇਡਾਂ ਜੀਆਂ ਜੀ ਇਸ ਵੇਲੇ ਵੀ ਖੇਡੀਆਂ ਜਿੱਦਾਂ ਜਾ ਰਹੀਆਂ ਨੇ, ਉਹਦੇ 'ਚ ਵਾਰੀ ਇੱਕ ਕਰਕੇ ਫਸਦੇ ਜਾਂਦੇ ਜੀ। ਪਰ ਸਾਹਿਬ ਜੰਮੂ ਕਸ਼ਮੀਰ ਤੋਂ ਇੱਕ ਖਬਰ ਹੈ, ਹਿੰਦੂ ਸਿੱਖ ਕਤਲੇਆਮ ਹੋਇਆ। ਸੁਪਰੀਮ ਕੋਰਟ ਨੇ ਉੱਥੇ ਪਟੀਸ਼ਨ ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਹਦੇ ਪਿੱਛੇ ਕਾਰਨ ਕੀ ਹੋ ਸਕਦਾ? ਇਹਦੇ 'ਚ ਹਿੰਦੂ ਸਿੱਖ ਨਹੀਂਗਾ ਜੀ, ਕੱਲਾ ਹਿੰਦੂ ਕਤਲੇਆਮ ਦਾ ਕੇਸ ਹੈ ਜੀ। ਸੁਪਰੀਮ ਕੋਰਟ ਵਿੱਚ ਇੱਕ ਅਰਜੀ ਦਿੱਤੀ ਗਈ ਕਿ 1990 ਤੋਂ 2000 ਜਾਂ 2002 ਤੱਕ, ਮੈਨੂੰ ਪੂਰੀਆਂ ਤਰੀਕਾਂ ਯਾਦ ਨਹੀਂ, ਉਦੋਂ ਤੱਕ ਇੱਕ ਤਾਂ ਜੰਮੂ ਕਸ਼ਮੀਰ 'ਚੋਂ, ਕਸ਼ਮੀਰ ਘਾਟੀ 'ਚੋਂ ਪੰਡਤ ਜਿਹੜੇ ਨੇ ਕਸ਼ਮੀਰੀ ਪੰਡਤ, ਉਹਨਾਂ ਨੂੰ ਉਜਾੜਿਆ ਗਿਆ, ਦੂਸਰਾ ਉਹਨਾਂ ਨੂੰ ਮਾਰਿਆ ਗਿਆ। ਉਹਨਾਂ ਦੇ ਉਜਾੜੇ ਦਾ ਕਰਕੇ ਮੁੜ ਵਸੇਬੇ ਵਾਸਤੇ ਵੀ ਮੰਗ ਕੀਤੀ ਗਈ। ਨਾਲ ਦੀ ਨਾਲ ਇਹ ਮੰਗ ਕੀਤੀ ਗਈ ਕਿ ਜਿਹੜੇ ਹਿੰਦੂਆਂ ਦਾ ਉੱਥੇ ਕਤਲੇਆਮ ਹੋਇਆ
ਉਹ ਸਾਰੇ ਦੀ ਪੜਤਾਲ ਕਰਾਈ ਜਾਵੇ। ਇਹਦੇ ਵਾਸਤੇ ਇੱਕ ਵਿਸ਼ੇਸ਼ ਜਾਂਚ ਟੀਮ ਬਣਾਈ ਜਾਵੇ ਜੀ। ਸੁਪਰੀਮ ਕੋਰਟ ਨੇ ਮਾਰਚ ਵਿੱਚ ਉਹ ਪਟੀਸ਼ਨ ਕਹਿੰਦਿਆਂ ਰੱਦ ਕਰ ਦਿੱਤੀ ਸੀ ਔਰ ਇਹ ਕਹਿ ਕੇ ਰੱਦ ਕੀਤੀ ਸੀ ਕਿ ਬਹੁਤ ਲੰਮਾ ਸਮਾਂ ਹੋ ਗਿਆ, ਹੁਣ ਇਹਦੇ ਕੋਈ ਸਬੂਤ ਨਹੀਂ ਮਿਲਣੇ, ਕੋਈ ਪੱਖ ਨਹੀਂ ਮਿਲਣਾ, ਇਸ ਕਰਕੇ ਪੜਤਾਲ ਕਰਨ ਦਾ ਕੋਈ ਫਾਇਦਾ ਨਹੀਂ। ਉਹਨਾਂ ਨੇ ਦੁਬਾਰਾ ਅਰਜੀ ਦੇ ਦਿੱਤੀ ਕਿ ਅਸੀਂ ਤਾਂ 1990 ਤੋਂ ਬਾਅਦ ਦੀ ਗੱਲ ਕਰਦੇ ਹਾਂ। 1984 'ਚ ਦਿੱਲੀ ਵਿੱਚ ਸਿੱਖ ਕਤਲੇਆਮ ਹੋਇਆ ਸੀ, ਉਹਦੀ ਪੜਤਾਲ ਤਾਂ ਅਜੇ ਤੱਕ ਚੱਲੀ ਜਾਂਦੀ, ਕੋਰਟਾਂ 'ਚ ਸੁਣਵਾਈ ਹੋ ਜਾਂਦੀ ਹੈ ਜੀ। ਜੇ ਉਹ ਚੱਲੀ ਜਾਂਦੀ ਹੈ ਤੇ ਫਿਰ ਸਾਡੇ ਵਾਲਾ ਕੇਸ ਵੀ ਸੁਣਿਆ ਜਾਵੇ। ਅਦਾਲਤ ਨੇ ਫਿਰ ਸੁਣਨ ਤੋਂ ਬਾਅਦ ਉਹ ਕੇਸ ਰੱਦ ਕਰ ਦਿੱਤਾ। ਕਿਹੜੇ ਆਧਾਰ ਤੇ ਕੀਤਾ, ਸਾਰੀਆਂ ਡਿਟੇਲ ਮੇਰੇ ਕੋਲ ਨਹੀਂ ਆਈਆਂ, ਮੈਂ ਨਹੀਂ ਲੱਭ ਸਕਿਆ, ਬੜਾ ਯਤਨ ਕੀਤਾ ਪਰ ਸਾਰੀਆਂ ਡਿਟੇਲਸ ਨਹੀਂ ਮਿਲੀਆਂ। ਹੁਣ ਹੋਇਆ ਕੀ ਹੈ, ਇਹਦੇ ਤੋਂ ਪਹਿਲਾਂ ਅਦਾਲਤ ਨੇ ਹੀ 2 ਸਾਲ ਪਹਿਲਾਂ ਇੱਕ SIT ਬਣਾਈ ਸੀ ਕਿ ਗੁਜਰਾਤ ਦੇ ਕੇਸਾਂ ਦੀ ਪੜਤਾਲ ਕੀਤੀ ਜਾਵੇ। ਫਿਰ ਉਹ SIT ਮਾਮਲਾ ਹੌਲੀ ਹੌਲੀ ਇੱਕ ਇੱਕ ਕਰਕੇ ਗੁਜਰਾਤ ਦੇ ਕੇਸ ਵੀ ਬੰਦ ਕਰਨੇ ਸ਼ੁਰੂ ਕਰ ਦਿੱਤੇ ਆ। ਸਮਾਂ ਬਹੁਤ ਹੋ ਗਿਆ ਜੀ, ਹੁਣ ਇਹਦੇ 'ਚ ਫਾਇਦਾ ਕੋਈ ਨਹੀਂ। ਜਦੋਂ ਉਹਨਾਂ ਦੇ ਬੰਦ ਕਰਨ ਦੀ ਖਬਰ ਆਈ, ਮੈਂ ਉਸੇ ਦਿਨ ਕਿਹਾ ਸੀ ਕਿ ਅਦਾਲਤ ਦਾ ਪੂਰਾ ਸਤਿਕਾਰ ਅਸੀਂ ਕਰਦੇ ਹਾਂ, ਪਰ ਕੁਝ ਫੈਸਲੇ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਤੋਂ ਖੁਸ਼ ਨਾ ਹੋਣ ਦਾ ਪ੍ਰਭਾਵ ਦੇਣ ਦਾ ਸਾਨੂੰ ਹੱਕ ਹੈ। ਅਸੀਂ ਕਹਿ ਸਕਦੇ ਹਾਂ ਕਿ ਸੁਪਰੀਮ ਕੋਰਟ ਸੁਪਰੀਮ ਹੈ, ਜੋ ਫੈਸਲਾ ਉਹਨੇ ਦਿੱਤਾ ਲਾਗੂ ਤਾਂ ਦੇਸ਼ ਵਿੱਚ ਉਹ ਫੈਸਲਾ ਹੋਣਾ ਜੀ, ਕੋਈ ਰੋਕ ਨਹੀਂ ਸਕਦਾ। ਮੰਨਣਾ ਤਾਂ ਸਾਰਿਆਂ ਨੂੰ ਉਹੋ ਹੀ ਪੈਣਾ, ਕੋਈ ਰੋਕ ਨਹੀਂ ਸਕਦਾ। ਪਰ ਕੁਝ ਫੈਸਲੇ ਇਦਾਂ ਦੇ ਹੁੰਦੇ ਆ ਜਿਨ੍ਹਾਂ ਦੇ ਉੱਤੇ ਜਾ ਕੇ ਅਸੀਂ ਸੋਚਣ ਲੱਗ ਪੈਂਦੇ ਹਾਂ ਕਿ ਫੈਸਲਾ ਨਾ ਹੁੰਦਾ ਤੇ ਚੰਗਾ ਸੀ, ਇਹ ਫੈਸਲਾ ਸਾਨੂੰ ਚੰਗਾ ਨਹੀਂ ਲੱਗਾ। ਜਿਸ ਦਿਨ ਗੁਜਰਾਤ ਬਾਰੇ ਖਬਰ ਆਈ ਕਿ ਸਮਾਂ ਬਹੁਤ ਹੋ ਗਿਆ ਤੇ ਉਹ ਕੇਸ ਸਾਰੇ ਬੰਦ ਕੀਤੇ ਜਾਂਦੇ, ਮੈਂ ਉਸ ਦਿਨ ਕਿਹਾ ਸੀ ਕਿ ਇਹਦੇ ਤੋਂ ਬਾਅਦ ਇਸੇ ਕੇਸ ਦਾ ਹਵਾਲਾ ਦੇ ਕੇ ਕੱਲ੍ਹ ਨੂੰ 1984 ਦੇ ਦਿੱਲੀ ਵਾਲੇ ਸਿੱਖ ਕਤਲੇਆਮ ਦੇ ਕੇਸ, ਗੁੜਗਾਉਂ ਹਰਿਆਣਾ ਦੇ ਵਿੱਚ ਜਿਹੜੇ ਹੋਂਦ ਚਿੱਲੜ ਤੇ ਹੋਰ ਥਾਈਂ ਹੋਏ ਆ ਉਹ ਕੇਸ, ਪਟੌਦੀ ਦੇ ਕੇਸ, ਉੱਤਰ ਪ੍ਰਦੇਸ਼ ਦੇ ਵਿੱਚ ਕਾਨਪੁਰ ਦਾ ਕੇਸ ਇੰਨੇ ਸਾਲਾਂ ਦਾ ਦੱਬਿਆ ਰਿਹਾ, ਉਹ ਤੇ ਖੁੱਲ੍ਹਾ ਹੀ ਹੋਣਾ। ਉਹ ਸਾਰੇ ਕੇਸ ਜਿਹੜੇ ਆ ਬੰਦ ਕਰਨ ਵਾਸਤੇ ਕਿਸੇ ਨਾ ਕਿਸੇ ਨੇ ਕੋਈ ਨਾ ਕੋਈ ਅਰਜੀ ਜ਼ਰੂਰ ਦੇ ਦੇਣੀ ਆ ਜੀ ਕਿ ਜੇ ਗੁਜਰਾਤ ਦੇ 2002 ਵਾਲੇ ਕੇਸ ਬੰਦ ਕੀਤੇ ਜਾ ਸਕਦੇ ਆ ਤੇ 1984 ਵਾਲੇ ਕੇਸ ਉਹਦੇ ਤੋਂ ਪਹਿਲਾਂ ਦੇ ਆ, 18 ਸਾਲ ਪਹਿਲਾਂ ਦੇ ਆ ਜੀ, ਉਹ ਚੱਲਦੇ ਕਿੱਦਾਂ ਰੱਖੇ ਜਾ ਸਕਦੇ ਆ। ਇਹਦੇ ਦੌਰਾਨ ਇੱਕ ਫੈਸਲਾ ਹੋਰ ਆ ਗਿਆ। 1992 'ਚ ਜਦੋਂ ਬਾਬਰੀ ਮਸਜਿਦ ਢਾਈ ਗਈ, ਉਹਦੇ ਤੋਂ ਪਹਿਲਾਂ ਸ਼ਿਕਾਇਤਾਂ ਚਲੀਆਂ ਗਈਆਂ ਸੀ ਪਾਰਲੀਮੈਂਟ, ਉੱਥੇ ਸੁਪਰੀਮ ਕੋਰਟ ਦੇ ਵਿੱਚ, ਕਿ ਇਹਨਾਂ ਨੇ ਢਾਹ ਦੇਣੀ ਆ। ਉਦੋਂ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੇ ਐਫੀਡੇਵਿਟ ਦਿੱਤਾ ਸੀ ਸੁਪਰੀਮ ਕੋਰਟ ਵਿੱਚ ਕਿ ਅਸੀਂ ਜ਼ਿੰਮੇਵਾਰੀ ਲੈਂਦੇ ਹਾਂ, ਬਾਬਰੀ ਮਸਜਿਦ ਢੱਠਣ ਨਹੀਂ ਦਿੱਤੀ ਜਾਵੇਗੀ। ਮੁੱਖ ਮੰਤਰੀ ਭਾਜਪਾ ਦਾ ਕਲਿਆਣ ਸਿੰਘ ਸੀ, ਐਫੀਡੇਵਿਟ ਦਿੱਤਾ। ਐਫੀਡੇਵਿਟ ਤੋਂ ਉੱਪਰ ਤਾਂ ਫਿਰ ਕੁਝ ਹੁੰਦਾ ਨਹੀਂ, ਉਹਨਾਂ ਨੇ ਮੰਨ ਲਿਆ। ਇਹਦੇ ਬਾਵਜੂਦ ਗਿਣ ਮਿਥ ਕੇ ਰਾਹਾਂ ਦੇ ਵਿੱਚ ਰੁੱਖ ਤੇ ਟਾਇਰ ਸੁੱਟ ਕੇ ਅੱਗਾਂ ਲਾ ਕੇ ਤੇ ਆਰਮੀ ਤੇ ਪੈਰਾਮਿਲਟਰੀ ਫੋਰਸ ਨੂੰ ਜਾਣ ਨਹੀਂ ਦਿੱਤਾ ਤੇ ਲੋਕਲ ਪੁਲਿਸ ਨੂੰ ਆਖਿਆ ਤੁਸੀਂ ਇਹਨਾਂ ਦੀ ਮਦਦ ਕਰਨੀ ਆ। ਬਾਬਰੀ ਮਸਜਿਦ ਢਵਾਤੀ ਸੀ। ਇਹਦੇ ਉੱਤੇ ਸੁਪਰੀਮ ਕੋਰਟ ਕੋਲ ਸ਼ਿਕਾਇਤ ਚਲੀ ਕਿ ਇਹਨਾਂ ਨੇ ਅਦਾਲਤ ਦੀ ਮਾਣਹਾਨੀ ਕੀਤੀ ਹੈ, ਅਦਾਲਤ ਵਿੱਚ ਕਹਿ ਕੇ ਕਿ ਬਾਬਰੀ ਮਸਜਿਦ ਢੱਠਣ ਨਹੀਂ ਦਿਆਂਗੇ ਨਾ, ਤੇ ਆਪ ਢਵਾਤੀ ਹੈ। ਬਿਲਕੁਲ ਉਹ ਕੇਸ ਹੁਣ ਤੱਕ ਚੱਲੀ ਆਉਂਦਾ ਸੀ। ਇਹ ਜਿਹੜਾ ਜਿੰਨਾ ਕੇਸ ਹੈ ਕਿ ਉਹਨੇ ਐਫੀਡੇਵਿਟ ਲਿਖ ਕੇ ਦਿੱਤਾ ਢੱਠਣ ਨਹੀਂ ਦਿਆਂਗੇ ਤੇ ਫਿਰ ਢਵਾਤੀ ਹੈ। ਤੇ ਜਿਹੜਾ 1992 ਦਾ ਕੇਸ ਹੈ 30 ਸਾਲ ਤੱਕ ਲਗਾਤਾਰ ਚੱਲਦਾ ਹੈ। ਹੁਣ ਅਦਾਲਤ ਨੇ ਆਖਿਆ ਉਹ ਵੀ ਬੰਦ ਕਰ ਦਿਓ। ਜੇ 1992 ਦੇ 2002 ਦੇ ਇਹ ਸਾਰੇ ਕੇਸ ਬੰਦ ਹੁੰਦੇ ਆ ਤੇ ਮੈਂ ਫਿਰ ਇਹ ਕਹਿਣਾ ਕਿ ਇਹਨਾਂ ਕੇਸਾਂ ਦਾ ਹਵਾਲਾ ਦੇ ਕੇ ਅੱਜ ਜਗਦੀਸ਼ ਟਾਈਟਲਰ ਤੇ ਸੱਜਣ ਕੁਮਾਰ ਤੇ ਇਹਨਾਂ ਸਾਰਿਆਂ ਦੇ ਖਿਲਾਫ ਜਿਹੜੇ ਪੈਂਡਿੰਗ ਕੇਸ ਨੇ ਜੀ, ਉਹਨਾਂ ਸਾਰੇ ਪੈਂਡਿੰਗ ਕੇਸਾਂ ਦੇ ਵਿੱਚ ਅਦਾਲਤ ਵਿੱਚ ਇਹ ਅਰਜੀ ਜ਼ਰੂਰ ਚਲੇ ਜਾਣੀ ਹੈ ਕਿ ਜੇ ਇੰਨੇ ਪੁਰਾਣੇ ਕੇਸ ਬੰਦ ਕੀਤੇ ਜਾ ਸਕਦੇ ਆ ਤੇ ਇਹ ਫਿਰ ਸਿੱਖ ਧਰਮ ਨਾਲ ਜਿਹੜਾ ਸਿੱਖਾਂ ਦੇ ਕਤਲੇਆਣਾ ਕੇਸ ਇਹਦੇ ਉਹ ਤੋਂ ਵੀ ਪੁਰਾਣਾ ਵਾ, ਇਸ ਕਰਕੇ ਇਹ ਵੀ ਬੰਦ ਕਰ ਦਿਓ। ਇੱਕ ਕੇਸ ਦੂਸਰੇ ਨੂੰ ਲੈ ਪੈਂਦਾ ਹੁੰਦਾ, ਦੂਸਰਾ ਤੀਸਰੇ ਨੂੰ ਲੈ ਪੈਂਦਾ ਹੁੰਦਾ ਜੀ। ਕੇਸਾਂ ਦਾ ਹਵਾਲਾ ਦਿੰਦਿਆਂ ਜਿਹੜੇ ਪਾਸੇ ਨੂੰ ਇਹ ਗੱਡੀ ਤੁਰ ਪਈ ਆ, ਇਹ ਨਾ ਸਮਝੀਏ ਕਿ ਕਸ਼ਮੀਰੀ ਪੰਡਤਾਂ ਦੀ ਪਟੀਸ਼ਨ ਰੱਦ ਹੋਈ ਆ। ਇਹ ਸਮਝ ਲਈਏ ਕਿ ਇਸ ਪਟੀਸ਼ਨ ਦੇ ਬਹਾਨੇ ਬਾਕੀ ਸਾਰੇ ਇਹੋ ਜਿਹੇ ਕੇਸਾਂ 'ਚ ਜਿਨ੍ਹਾਂ 'ਚ ਅਜੇ ਤੱਕ ਇਨਸਾਫ ਨਹੀਂ ਮਿਲਿਆ, ਉਹਨਾਂ ਦੀ ਸੁਣਵਾਈ ਬੰਦ ਕਰਨ ਵਾਸਤੇ ਇੱਕ ਇਹੋ ਜਿਹਾ ਰਸਤਾ ਨਿਕਲਿਆ ਜਿਹੜੇ ਰਸਤੇ ਦੀ ਵਰਤੋਂ ਅੱਗੋਂ ਕੋਈ ਵੀ ਕਰ ਸਕਦਾ। ਜੀ,
ਪਰ ਸਰ ਬੰਦੀ ਸਿੰਘਾਂ ਦੀ ਗੱਲ ਜ਼ਰੂਰ ਕਰਨੀ ਹੈ, ਕਿਉਂਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਐਲਾਨ ਕੀਤਾ ਕਿ 12 ਸਤੰਬਰ ਤੋਂ ਅਸੀਂ ਕਰਾਂਗੇ ਸੰਘਰਸ਼। ਗਜਿੰਦਰ ਸਿੰਘ ਸ਼ੇਖਾਵਤ ਉਹਨਾਂ ਦੇ ਬਿਆਨ ਤੋਂ ਬਾਅਦ ਇੱਕ ਵੱਖਰੇ ਤਰ੍ਹਾਂ ਦੀ ਚਰਚਾ ਛਿੜ ਗਈ ਹੈ। ਪਰ ਸਾਹਿਬ ਕੀ ਲੱਗਦਾ ਕਿ ਉਸ ਤੋਂ ਬਾਅਦ ਮਾਮਲਾ ਤੇਜ਼ ਹੋਇਆ, ਜਾਂ ਫਿਰ ਉਹ ਤਾਂ ਕਹਿੰਦੇ ਸੀ ਤੁਸੀਂ ਥੱਕ ਗਏ, ਆਪਾਂ ਕਹਿ ਕੇ ਸੂਚੀ ਦਿੱਤੀ ਨਹੀਂ ਸਾਨੂੰ? ਦੇਖੋ, ਇਹ ਗੱਲ ਰਹਿ ਗਈ ਪਹਿਲਾਂ। ਹੁਣ ਪਰਸੋਂ ਉਹਨੇ ਕਹਿਤਾ, ਇਹਨਾਂ ਨੇ ਫਟਾਫਟ ਸੂਚੀ ਸ਼ਾਮ ਤੱਕ ਭੇਜਤੀ ਕਿ ਲਓ ਆਹ 9 ਜਣੇ ਜੀ। ਮੈਂ ਪਹਿਲਾਂ ਵੀ ਕਿਹਾ ਸੀ ਕਿ ਇਹ ਹੁਣ ਇੱਥੇ ਮੀਟਿੰਗਾਂ ਕਰਦੇ ਪਏ ਨੇ, ਪਰ ਇਹ ਗੱਲ ਉੱਠ ਪੈਣੀ ਹੈ ਸਿੱਖ ਸੰਗਠਨਾਂ 'ਚ ਕਿ ਜੇ ਇਹੋ 9 ਬੰਦੇ ਛਡਾਉਣੇ ਸੀ, 9 ਹੋਣ ਜਿੰਨੇ ਵੀ ਹੋਣ, ਤੇ ਜਦੋਂ 2015 'ਚ ਪੰਜਾਬ 'ਚ ਤੁਹਾਡੀ ਸਰਕਾਰ ਸੀ, ਅਕਾਲੀ ਮੁੱਖ ਮੰਤਰੀ, ਡਿਪਟੀ ਮੁੱਖ ਮੰਤਰੀ ਸਨ ਜੀ, ਤੇ ਇੱਕ ਅਕਾਲੀ ਬੀਬੀ ਕੇਂਦਰ 'ਚ ਮੰਤਰੀ ਸੀ, ਇਹ ਮੁੱਦਾ ਉਦੋਂ ਕਿਉਂ ਨਾ ਚੁੱਕਿਆ ਗਿਆ? ਉਹਨਾਂ ਨੇ ਚਿੱਠੀ ਲਿਖਣ ਤੋਂ ਬਾਅਦ ਕੱਲ੍ਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਮੀਟਿੰਗ ਕੀਤੀ। ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਮਤਾ ਪਾਸ ਕਰਤਾ ਕਿ ਅਸੀਂ 12 ਸਤੰਬਰ ਤੋਂ ਇਸ ਮੁੱਦੇ ਦੇ ਉੱਤੇ ਸੰਘਰਸ਼ ਛੇੜਾਂਗੇ। ਜਿਹੜਾ ਸੰਘਰਸ਼ ਛੇੜਨਾ ਉਹ ਕਿੱਦਾਂ ਦਾ ਹੋਵੇਗਾ? ਜਾ ਕੇ ਕਾਲੀਆਂ ਪੱਟੀਆਂ ਬੰਨ੍ਹ ਕੇ ਤੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ, ਮੈਂਬਰ ਨੂੰ ਦਿੱਤੇ ਜਾਣਗੇ ਤੇ ਧਰਨੇ ਦਿੱਤੇ ਜਾਣਗੇ। ਵਾਹਵਾ ਤਿੱਖਾ ਸੰਘਰਸ਼ ਆ। ਐਡਾ ਵੱਡਾ ਸੰਘਰਸ਼ ਕਦੇ ਕਿਸੇ ਨੇ ਵੇਖਿਆ ਨਹੀਂ ਹੋਣਾ। ਚਲੋ ਇਹ ਛੇੜਨ ਲੱਗੇ, ਇਹਨਾਂ ਨੂੰ ਛੇੜਨ ਦਿਓ। ਪਰ ਕੱਲ੍ਹ ਜਿਹੜੀ ਮੀਟਿੰਗ ਹੋਈ, ਉਸ ਮੀਟਿੰਗ ਦੇ ਵਿੱਚ ਇੱਕ ਅਖਬਾਰ ਨੇ ਲਿਖਿਆ ਕਿ ਸ਼੍ਰੋਮਣੀ ਕਮੇਟੀ ਮੈਂਬਰ ਮਿੱਠੂ ਸਿੰਘ ਕਾਹਨੇਕੇ ਤੇ ਗੁਰਪ੍ਰੀਤ ਸਿੰਘ ਰੰਧਾਵਾ, ਉਹਨਾਂ ਨੇ ਇਹ ਮੁੱਦਾ ਉੱਥੇ ਚੁੱਕ ਲਿਆ ਕਿ ਬੰਦੀ ਸਿੱਖਾਂ ਦੀ ਰਿਹਾਈ ਦੀ ਗੱਲ ਤੁਸੀਂ ਤੇ ਹੁਣ ਕਰਦੇ, ਅਸੀਂ ਤੇ ਪਹਿਲਾਂ ਤੋਂ ਕਰਦੇ ਆਏ ਹਾਂ। ਅਸੀਂ ਤੁਹਾਨੂੰ ਇਹ ਪੁੱਛਦੇ ਹਾਂ ਕਿ 2015 ਤੋਂ ਬਾਅਦ ਕਿਉਂ ਨਾ ਕੀਤੀ? ਉਹਨਾਂ ਨੇ ਕੁਝ ਮੁੱਦੇ ਹੋਰ ਵੀ ਉਠਾਤੇ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਫਲਾਨੀਆਂ ਗੱਲਾਂ ਬਾਰੇ ਆਦੇਸ਼ ਜਾਰੀ ਕੀਤਾ ਸੀ। ਸ਼੍ਰੋਮਣੀ ਕਮੇਟੀ ਨੇ ਕਿਹਾ ਜੀ ਮੰਨਾਂਗੇ। ਜਿਹੜੇ ਆਦੇਸ਼ ਇੱਕ ਹਫ਼ਤੇ 'ਚ ਮੰਨਣੇ ਸੀ, ਇੱਕ ਮਹੀਨੇ 'ਚ ਮੰਨਣੇ ਸੀ, ਉਹ ਕਈ ਮਹੀਨੇ ਲੰਘ ਗਏ, ਮੁੜ ਕੇ ਕਦੇ ਕਿਸੇ ਨੇ ਚੇਤਾ ਹੀ ਨਹੀਂ ਕੀਤਾ। ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ 328 ਸਰੂਪ ਗਾਇਬ ਹੋ ਗਏ ਸੀ, ਉਹਦਾ ਮੁੱਦਾ ਵੀ ਕੱਲ੍ਹ ਚੁੱਕਿਆ ਜੀ। ਫਿਰ ਉਹਨਾਂ ਨੇ ਆਖਿਆ ਜੀ ਬੰਦੀ ਸਿੱਖਾਂ ਦੀ ਰਿਹਾਈ ਦਾ ਮੁੱਦਾ ਇਹ ਪੰਜਾਬੀਆਂ ਦਾ ਤੇ ਸਿੱਖਾਂ ਦਾ ਮੁੱਦਾ, ਇਹਦੇ ਉੱਤੇ ਕੰਮ ਜ਼ਰੂਰ ਹੋਣਾ ਚਾਹੀਦਾ, ਪਰ ਇੱਕ ਸ਼ਰਤ ਲਾ ਦਿਓ ਕਿ ਮੁੱਦਾ ਸਿੱਖਾਂ ਦਾ ਮੁੱਦਾ ਹੋਵੇ, ਬੰਦੀ ਸਿੱਖਾਂ ਦਾ ਮੁੱਦਾ ਹੋਵੇ, ਸਾਂਝਾ ਮੁੱਦਾ ਹੋਵੇ। ਇੱਕ ਸਿਆਸੀ ਪਾਰਟੀ ਜਿਹੜੀ ਇਸ ਵੇਲੇ ਚਾਰੇ ਪਾਸਿਆਂ ਤੋਂ ਦਬਾਅ ਹੇਠਾਂ, ਉਸ ਪਾਰਟੀ ਦੀ ਸਾਖ ਬਹਾਲ ਕਰਨ ਵਾਸਤੇ ਇਸ ਮੁੱਦੇ ਦੀ ਦੁਰਵਰਤੋਂ ਨਹੀਂ ਹੋਣੀ ਚਾਹੀਦੀ। ਬਿਲਕੁਲ। ਆਹ ਗੱਲ ਸ਼੍ਰੋਮਣੀ ਕਮੇਟੀ ਦੀ ਮੀਟਿੰਗ 'ਚ ਕਹਿਣਾ, ਜਿੱਥੇ ਬਹੁਤੇ ਬੰਦੇ ਇੱਕ ਤਰਫਾ ਚੱਲਣ ਵਾਲੇ ਹੋਣ, ਮੈਂ ਹੈਰਾਨ ਹਾਂ ਕਿ ਉਹਨਾਂ 2 ਬੰਦਿਆਂ ਨੇ ਇੱਦਾਂ ਦੀ ਗੱਲ ਕਹਿ ਕਿੱਦਾਂ ਦਿੱਤੀ। ਬਹੁਤਾ ਕਰਕੇ ਅਖਬਾਰਾਂ ਨੇ ਉਹ ਗੱਲ ਨਹੀਂ ਛਾਪੀ, ਪਰ 1 ਜਾਂ 2 ਅਖਬਾਰਾਂ ਨੇ ਉਹਨਾਂ ਨੇ ਅਖਬਾਰ ਗੱਲ ਛਾਪ ਦਿੱਤੀ ਕਿ ਭਰੀ ਮੀਟਿੰਗ 'ਚ 2 ਮੈਂਬਰ ਸੀ ਜਿਨ੍ਹਾਂ ਦੀ ਰਾਏ ਵੱਖਰੀ ਸੀ, ਤੇ ਉਹ ਜਦੋਂ ਬੋਲੇ ਆ ਤੇ ਐ ਚੁੱਪ ਛਾ ਗਈ, ਕਿਉਂਕਿ ਕੋਈ ਸੋਚਦਾ ਨਹੀਂ ਸੀ ਕਿ ਇਸ ਮੁੱਦੇ ਤੇ ਗੱਲ ਕੀਤੀ ਵੀ ਜਾ ਸਕਦੀ ਹੈ। ਔਰ ਉਹ ਮੈਂਬਰ ਬੜੇ ਚਿਰ ਦੇ ਦੋਵੇਂ ਕਹਿੰਦੇ ਆ ਰਹੇ ਕਿ ਸ਼੍ਰੋਮਣੀ ਕਮੇਟੀ ਨੂੰ ਸ਼੍ਰੋਮਣੀ ਕਮੇਟੀ ਰੱਖੋ, ਇੱਕ ਸਿਆਸੀ ਪਾਰਟੀ ਦਾ ਵਿੰਗ ਨਾ ਬਣਾਓ। ਕੱਲ੍ਹ ਉਹਨਾਂ ਨੇ ਜਿਹੜੇ ਢੰਗ ਨਾਲ ਮੁੱਦਾ ਉਭਾਰਿਆ, ਉਹਦੇ ਨਾਲ ਚਰਚਾ ਤਾਂ ਇੱਕ ਨਵੀਂ ਛਿੜਨੀ ਸੀ, ਛਿੜੀ ਗਈ ਜੀ। ਪਰ ਸਾਹਿਬ ਸਿੱਧੂ ਮੂਸੇਵਾਲੇ ਦੇ ਕਤਲ ਦੀ ਜੇਕਰ ਗੱਲ ਕਰੀਏ ਤਾਂ ਅੱਜ ਇੱਕ ਨਵਾਂ ਖੁਲਾਸਾ ਹੋਇਆ। ਕਹਿੰਦੇ 4 ਜੇਲ੍ਹਾਂ ਦੇ ਵਿੱਚੋਂ ਇਹ ਸਾਜ਼ਿਸ਼ ਰਚੀ ਗਈ ਸੀ। ਉਧਰ ਮਾਪਿਆਂ ਨੂੰ ਵੀ ਧਮਕੀਆਂ ਮਿਲਦੀਆਂ ਨੇ ਤੇ ਨਵੇਂ ਸਿਰਿਓਂ ਹੁਣ ਕੇਸ ਦੀ ਹੋਰ ਜਾਂਚ ਅੱਗੇ ਵੱਲ ਵੱਧਦੀ ਜਾ ਰਹੀ ਹੈ। ਤੁਸੀਂ ਕਿਵੇਂ ਦੇਖਦੇ ਆ? ਦੇਖੋ, ਇਹਦੇ ਵਿੱਚ ਰੋਜ਼ ਹੀ ਨਵੇਂ ਖੁਲਾਸੇ ਹੋ ਰਿਹਾ। ਇਹ ਕਤਲ ਕੇਸ ਇਹੋ ਜਿਹਾ ਜਿਹਦੇ 'ਚ ਅਸੀਂ ਸਾਰੇ ਹੈਰਾਨ ਹਾਂ। ਪਹਿਲੀ ਗੱਲ ਤਾਂ ਇਹ ਕਿ ਮੈਂ ਗਾਇਕਾਂ ਦੇ ਖੇਤਰ ਦਾ ਬਹੁਤਾ ਜਾਣੂ ਨਹੀਂ ਜੀ। ਮੈਨੂੰ ਪਤਾ ਸੀ ਸਿੱਧੂ ਮੂਸੇਵਾਲਾ ਗਾਇਕ ਹੈ, ਇਹ ਪਤਾ ਸੀ ਲੋਕਾਂ 'ਚ ਬੜਾ ਪ੍ਰਵਾਨਿਤ ਹੈ, ਪਰ ਉਹਦਾ ਕਤਲ ਹੋਣ ਤੱਕ ਤੇ ਸਾਰੀ ਦੁਨੀਆ 'ਚ ਉਸ ਕਤਲ ਨਾਲ ਸਨਸਨੀ ਫੈਲਣ ਤੇ ਲੋਕਾਂ ਦੇ ਸੋਗੀ ਹੋਣ ਤੱਕ ਮੈਨੂੰ ਵੀ ਇਹ ਨਹੀਂ ਸੀ ਪਤਾ ਕਿ ਉਹ ਲੋਕਾਂ ਵਿੱਚ ਇੰਨਾ ਪ੍ਰਵਾਨ ਹੈ। ਖਰੋ ਨਿਕਲਿਆ ਪ੍ਰਵਾਨ। ਉਹਦੇ ਪਰਿਵਾਰ ਨੂੰ ਉੱਤੇ ਮਾਣ ਹੋਣਾ ਚਾਹੀਦਾ। ਜਵਾਨ ਮੁੰਡਾ ਸੀ, ਛੋਟੀ ਉਮਰ 'ਚ ਤੁਰ ਗਿਆ, ਮਾੜੀ ਗੱਲ ਹੋਈ। ਉਸ ਤੋਂ ਬਾਅਦ ਲਗਾਤਾਰ ਖੁਲਾਸੇ ਹੋ ਰਹੇ, ਇੱਕ ਕਰਕੇ। ਫਿਰ ਇਹ ਵੀ ਗੱਲ ਨਿਕਲ ਆਈ ਕਿ ਪਿੰਡ ਦੇ ਵਿੱਚੋਂ 3-4 ਬੰਦੇ ਸੀ ਜਿਨ੍ਹਾਂ ਨੇ ਸੂਹ ਦੇ ਕੇ ਕਤਲ ਕਰਾਇਆ, ਉਹ ਵੀ ਫੜੇ ਗਏ। ਫਿਰ ਪਤਾ ਲੱਗਾ ਕਿ ਜਿਹੜਾ ਲਾਰੈਂਸ ਬਿਸ਼ਨੋਈ ਇਸ ਕੇਸ ਦਾ ਮੁੱਖ ਦੋਸ਼ੀ ਹੈ, ਜਿਹਨੇ ਸਾਜ਼ਿਸ਼ ਸਾਰੀ ਘੜੀ ਕਰਾਈ, ਉਹਦੇ ਆਪਣੇ 2 ਰਿਸ਼ਤੇਦਾਰ ਬਹੁਤ ਨੇੜਲੇ, ਉਹਨੇ ਜਾਲੀ ਪਾਸਪੋਰਟਾਂ ਤੇ ਪਹਿਲਾਂ ਹੀ ਬਾਹਰ ਕੱਢ ਦਿੱਤੇ ਸੀ, ਕਿਉਂਕਿ ਉਹਨੂੰ ਪਤਾ ਸੀ ਕਿ ਜਦੋਂ ਇਹ ਕਤਲ ਹੋ ਗਿਆ
ਇਹਦੇ ਤੋਂ ਬਾਅਦ ਇੰਨੇ ਪਾਸਿਆਂ ਤੋਂ ਦਬਾਅ ਪੈਣਾ ਕਿ ਅਸੀਂ ਸਾਰਾ ਪਰਿਵਾਰ ਬਚਾ ਨਹੀਂ ਸਕਦੇ। ਪਰਿਵਾਰ ਦੇ ਜਿਹੜੇ ਜੀ ਨਿਕਲ ਸਕਦੇ ਉਹ ਕੱਢ ਦਿਓ। ਫਿਰ ਉਸ ਤੋਂ ਬਾਅਦ ਇੱਕ ਇੱਕ ਕਰਕੇ ਗੱਲ ਪੰਜਾਬ ਤੱਕ ਸੀਮਤ ਨਹੀਂ ਰਹੀ। ਸਭ ਤੋਂ ਪਹਿਲਾਂ ਤੇ ਇਹਦੀ ਸੂਹ ਕੱਢੀ ਦਿੱਲੀ ਪੁਲਿਸ ਨੇ। ਦਿੱਲੀ ਬਾਅਦ ਪੰਜਾਬ, ਉੱਤਰਾਖੰਡ ਪੁਲਿਸ, ਹਰਿਆਣਾ ਪੁਲਿਸ, ਯੂਪੀ ਪੁਲਿਸ, ਮਹਾਰਾਸ਼ਟਰ ਪੁਲਿਸ, ਗੁਜਰਾਤ ਪੁਲਿਸ, ਰਾਜਸਥਾਨ ਪੁਲਿਸ, ਕਿੰਨੇ ਥਾਵਾਂ ਦੀ ਪੁਲਿਸ ਵਿੱਚ ਨਾਲ ਲੱਗ ਪਏ ਜੀ। ਔਰ ਉਹਨਾਂ 'ਚੋਂ ਹਰ ਕਿਸੇ ਨੇ ਆਖਿਆ ਕਿ ਇੰਨੇ ਬੰਦੇ ਅਸੀਂ ਫੜ ਲਿਆ। ਚਲਦਿਆਂ ਹੁਣ ਪਤਾ ਲੱਗਾ ਕਿ ਜੇਲ੍ਹਾਂ ਦੇ ਵਿੱਚ 3 ਜੇਲ੍ਹਾਂ 'ਚ ਬੈਠ ਕੇ ਇਹਦੀ ਸਾਜ਼ਿਸ਼ ਘੜੀ ਗਈ ਔਰ ਤਿੰਨਾਂ ਦੀ ਸਾਜ਼ਿਸ਼ ਆਪਸ ਵਿੱਚ ਤਾਲਮੇਲ ਕਰਕੇ ਕੋਈ ਬੰਦਾ ਕਿਤਿਓਂ ਲਿਆ, ਕੋਈ ਬੰਦਾ ਕਿਤਿਓਂ ਲਿਆ, ਕੋਈ ਕਿਸੇ ਨੇ ਦਿੱਤੇ 2 ਕਿਲੋ, ਕੋਈ ਕਿਸੇ ਨੇ ਕੀਤੇ ਇਸ ਕਰਕੇ ਸਾਰੇ ਇਕੱਠੇ ਕਿ ਇਹ ਇੱਕ ਦੂਸਰੇ ਬਾਰੇ ਜਾਣਦੇ ਨਾ ਹੋਣ, ਤਾਂ ਕਿ ਜੇ 1-2 ਫੜੇ ਵੀ ਜਾਣ ਤੇ ਉਹ ਬਾਕੀਆਂ ਬਾਰੇ ਨਾ ਦੱਸ ਸਕਣ। ਉਹ ਬਾਕੀਆਂ ਬਾਰੇ ਨਾ ਦੱਸ ਸਕਣ, ਆਪਣੇ ਬੌਸ ਬਾਰੇ ਤਾਂ ਦੱਸ ਸਕਦੇ ਨੇ। ਜਦੋਂ ਆਪਣਾ ਬੌਸ ਫੜਿਆ ਗਿਆ ਉਹਨੇ ਫਿਰ ਬਾਕੀਆਂ ਬਾਰੇ ਦੱਸਤਾ ਕਿ ਫਲਾਣੇ ਵੀ ਬੰਦੇ ਦਿੱਤੇ ਦਵਾਏ ਸੀ। ਉਹ ਹੁਣ ਅਜੇ ਵੀ ਜਿਹੜੇ ਪੁਰਾਣੇ ਸਵੈਟਰ ਹੁੰਦੇ ਸੀ ਨਾ, ਉਹਨਾਂ ਦੇ ਇੱਕ ਪਾਸੇ ਦੇ ਉਹਨਾਂ ਦਾ ਉਹ ਧਾਗਾ ਜਿਹਾ ਟੁੱਟ ਜਾਵੇ ਤੇ ਖਿੱਚੋ ਤੇ ਮੁੜ ਕੇ ਸਾਰਾ ਹੀ ਸਵੈਟਰ ਉਧੜ ਜਾਂਦਾ ਹੁੰਦਾ ਸੀ। ਬਿਲਕੁਲ। ਹੁਣ ਇਹ ਗੈਂਗਸਟਰਾਂ ਦਾ ਤਾਣਾ ਬਣਾ ਉਧੜਦਾ ਪਿਆ, ਕਿੱਥੋਂ ਤੱਕ ਜਾਊਗਾ ਸਾਨੂੰ ਕੋਈ ਪਤਾ ਨਹੀਂ ਜੀ। ਦੇਖਦੇ ਆਪਾਂ ਨੂੰ ਸਭ ਅੱਗੇ ਹੁੰਦਾ ਕੀ ਹੈ, ਪਰ ਤੁਸੀਂ ਚਰਚਾ ਕੀਤੀ ਹਰ ਇੱਕ ਤਰ੍ਹਾਂ ਤੁਹਾਨੂੰ ਬਹੁਤ ਧੰਨਵਾਦ। ਸੋ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਨ ਦਾ ਵੇਲਾ ਆ ਗਿਆ। ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ।